जोरी नमो कर जोरी श्री हरि कृष्ण मनाए बहोरी। गुरु तेग बहादुर परम कृपाला वाहिगुरु परम कृपाला। श्री गुरु गोबिंद सिंह विशाला तरा तार पुन पुन सीसा वाहिगुरु पुन पुन सीसा। भदोता बार जगदीसा। मानक भगत वैराग। श्री गुरु ग्रंथ साहिब उदित बंदों कर अनुराग। एक ओंकार सतगुरु हे प्रसाद सच होए। वाहिगुरु जी की फतेह है। विघ्न विनाशन सोए। गुरु जी की फतेह है। विघ्न विनाशन सोए। वाहिगुरु साहिब जियो महापुरख को जग तन धारन। अन कन नरन शे के कारण जाते अब को थान निहारो। हुए एकाकी सुंदर सारो। दीन दुनिया दे मालक सर्ब प्रतपालक जुगो जुग अटल। गुरगद्दी ते सुभाए मान प्रकाशमान धन धन साहिब श्री गुरु ग्रंथ साहिब जी महाराज जियां दी निੱਘੀ प्यारी गोद दा आनंद मान रही गुरु सवारी। गुरु प्यारी सत संगत जियो अत्यंत वड्डे भाग असां जीवां दे जिन्हां ते सतगुरु जी ने अपार बख्शिश रहमत किरपा कीती है। रहमत किरपा बख्शिश दे सदका गुरु दे चरनां विच हाज़र हो करके सत संगत विच बैठ करके ਸਾਹਿਬਾਂ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦੀ ਕੀਰਤੀ ਕਰ ਰਹੇ ਹਾਂ, ਸਿਫਤ ਸਲਾਹ ਕਰ ਰਹੇ ਹਾਂ। हर को नाम सदा सुखदाई जाको सिमर अजामल उतरियो गनका हूँ गत पाई। ये पावन शब्द बहुत ही सत्कारत गुरु के कीर्तनीय भाई जोधवीर सिंह जी होरां ने आप जियां नूं सरवण करवाए। गुरु के प्यार वालियो परमेश्वर परमात्मा का सिमरन जो परमात्मा के नाम नूं ते आउंदा है, नाम नूं अपना सहाई बनाउंदा है। जिस हिरदे चों आवाज़ आउंदी है साच नाम आधार मेरा जिन भुखा सब गवाइया। सच्चे नाम नूं आधार जो बना लैंदे ने अपनियां भुखां नूं गवा लैंदे ने। भुख दे कारण तृष्णा दे कारण
ਮੋਹ ਦੇ ਕਾਰਨ ਹੀ ਮਨੁੱਖ ਇਹ ਮਨ ਇਸ ਆਤਮਾ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ ਹੈ, ਦੂਰ। ਕਿਉਂਕਿ ਮੋਹ ਵਿੱਚ ਪਿਆ ਹੋਇਆ ਮੋਹ ਦੀ ਹੀ ਸੋਚਦਾ ਹੈ, ਪਰਿਵਾਰ ਦੀ ਹੀ ਸੋਚਦਾ ਹੈ। ਮਨ ਫਿਰ ਪਰਿਵਾਰ ਦੀ ਸੋਚਦਾ ਹੋਇਆ ਸੰਸਾਰ ਨਾਲ ਜੁੜ ਜਾਂਦਾ, ਨਿਰੰਕਾਰ ਨੂੰ ਭੁਲਾ ਦਿੰਦਾ ਹੈ। ਆਤਮਾ ਕੁਰਲਾਉਂਦੀ ਏ, ਵਿਆਕੁਲ ਹੁੰਦੀ ਏ ਕਿ ਆਈ ਤਾਂ ਮੈਂ ਰੱਬ ਨੂੰ ਮਿਲਣ ਵਾਸਤੇ ਸੀ, ਪਰਮਾਤਮਾ ਵਿੱਚ ਅਭੇਦ ਹੋਣ ਵਾਸਤੇ ਸੀ, ਪਰ ਇਸ ਮਨ ਨੇ ਮੈਨੂੰ ਕਿਸ ਪਾਸੇ ਲਾ ਲਿਆ ਹੈ। ਪਰ ਸਤ ਸੰਗੀ ਜਿਹਨੂੰ ਜਿਹੜੇ ਉਦਮ ਕਰਦੇ ਨੇ ਨਾ, ਜਿਹੜੇ ਮਨ ਦੇ ਨਾਲ ਲੜਨਾ ਕਰਦੇ ਨੇ, ਮਨ ਨੂੰ ਜਿੱਤਣਾ ਕਰਦੇ ਨੇ, ਉਹ ਫਿਰ ਜੱਗ ਨੂੰ ਵੀ ਜਿੱਤ ਲੈਂਦੇ ਨੇ ਤੇ ਸਫਲ ਵੀ ਹੋ ਜਾਂਦੇ ਨੇ। ਸਤਿਗੁਰ ਕਹਿੰਦੇ ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣ ਵਾਲਾ ਹੀ ਸੰਸਾਰ ਨੂੰ ਜਿੱਤਦਾ ਹੈ। ਇਹ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਉਸ ਮਹਾਨ ਸ਼ਖਸੀਅਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ, ਜਿੱਥੇ ਹਫ਼ਤਾਵਾਰੀ ਦੀਵਾਨ ਸੱਜਦੇ ਨੇ, ਆਪ ਸਭ ਸੰਗਤਾਂ ਇਹਨਾਂ ਅਸਥਾਨਾਂ 'ਤੇ ਹਾਜ਼ਰੀ ਭਰਦੇ ਹੋਏ ਲਾਹੇ ਪ੍ਰਾਪਤ ਕਰਦੇ ਹੋ। ਗੁਰੂ ਕੇ ਪਿਆਰ ਵਾਲਿਓ, ਬਾਬਾ ਜੀ ਦਾ ਜੀਵਨ ਬੜਾ ਹੀ ਉੱਚਾ ਤੇ ਸੁੱਚਾ ਹੈ। ਜਿਸ ਉਮਰ ਦੇ ਵਿੱਚ ਲੋਕ ਹਥਿਆਰ ਨੂੰ ਪਕੜਦੇ ਨੇ, ਸ਼ਾਸਤਰ ਨੂੰ ਪਕੜਦੇ ਨੇ, ਉਸ ਉਮਰ ਦੇ ਵਿੱਚ ਬਾਬਾ ਜੀ ਨੇ ਸ਼ਾਸਤਰ ਨੂੰ ਪਕੜਿਆ ਤੇ ਕਲਮ ਨੂੰ ਪਕੜਿਆ ਹੈ। ਜਿਸ ਉਮਰ ਦੇ ਵਿੱਚ ਜਾ ਕਰਕੇ ਕਲਮ ਤੇ ਸ਼ਾਸਤਰ ਪਕੜੇ ਜਾਂਦੇ ਨੇ, ਗਿਆਨ ਹਾਸਲ ਕੀਤਾ ਜਾਂਦਾ, ਗਿਆਨ ਲਿਖਤ ਕੀਤੀ ਜਾਂਦੀ ਏ, ਉਸ ਉਮਰ ਦੇ ਵਿੱਚ ਜਾ ਕਰਕੇ ਬਾਬਾ ਜੀ ਨੇ ਸ਼ਸਤਰ ਪਕੜਿਆ ਹੈ, ਖੰਡਾ। ਖੰਡਾ ਐਸਾ ਪ੍ਰੇਮ, ਐਸੀ ਪ੍ਰੀਤ ਕਿ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਕਰਕੇ ਅਰਦਾਸ ਖਿੱਚੀ ਲੀਕ ਤੇ ਆਵਾਜ਼ ਦਿੱਤੀ ਕਿ ਆਓ ਪਈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤਮਾਰ ਗਪੈਰ ਧਰੀਜੈ, ਸਿਰ ਦੀਜੈ ਕਾਂ ਨਾ ਕੀਜੈ। ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੋਲ, ਆਓ ਵੀ ਜਿਨ੍ਹਾਂ ਨੇ ਪਗਾਉਣੇ ਆ, ਜਿਨ੍ਹਾਂ ਨੇ ਆਪਣੇ ਸਿਰ ਤਲੀ ਤੇ ਰੱਖੇ ਆ, ਉਹ ਇਸ ਲੈਣ ਤੋਂ ਪਾਰ ਆ ਜਾਵੋ। ਜੇ ਕੋਈ ਘਰ ਦੇ ਮੋਹ ਵਿੱਚ ਵੱਜਿਆ ਹੋਇਆ ਹੈ ਨਾ, ਪਰਿਵਾਰ ਦੇ ਪਿਆਰ ਵਿੱਚ ਵੱਜਿਆ ਹੋਇਆ ਹੈ, ਸੰਸਾਰ ਦੇ ਪਿਆਰ ਵਿੱਚ ਵੱਜਿਆ ਹੋਇਆ ਹੈ, ਜਾਂ ਕਿਸੇ ਹਿਰਦੇ ਅੰਦਰ ਡਰ ਹੈ, ਭੈ ਹੈ, ਮੌਤ ਦਾ ਡਰ ਹੈ, ਉਹ ਭਾਵੇਂ ਪਿੱਛੇ ਚਲੇ ਜਾਵੋ, ਗੁਰੂ ਉਹਨਾਂ ਤੋਂ ਵੀ ਨਾਰਾਜ਼ ਨਹੀਂ ਹੋਵੇਗਾ। ਗੁਰੂ ਉਹਨਾਂ ਤੋਂ ਵੀ ਨਾਰਾਜ਼ ਨਹੀਂ ਹੋਵੇਗਾ। ਕਿਉਂ? ਕਿਉਂਕਿ ਗੁਰੂ ਨੂੰ ਪਤਾ ਹੈ ਕਿ ਗ੍ਰਸਥ ਜੀਵਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਪਰ ਸਤ ਸੰਗੀ ਜਣੋ, ਮਰ ਜੀਵੜੇ, ਇੱਕ ਵੀ ਗੁਰੂ ਕਾ ਲਾਲ ਉਸ ਲਕੀਰ ਤੋਂ ਪਿੱਛੇ ਨਹੀਂ ਰਿਹਾ। ਸਭ ਪਾਰ ਕਰ ਗਏ। ਸਭਨਾਂ ਨੇ ਆਖਿਆ ਅਸੀਂ ਤੁਹਾਡੇ ਨਾਲ ਹਾਂ। ਗੁਰੂ ਕੇ ਪਿਆਰੇ ਵਾਲੇ ਮੈਦਾਨੇ ਜੰਗ ਵਿੱਚ ਜੂਝਣਾ, ਦੁਸ਼ਮਣ ਦੇ ਲਾਹੂ ਲਾਉਣੇ, ਐਸੀ ਮਹਾਨ ਸ਼ਖਸੀਅਤ ਜਿਸ ਨੇ ਮੌਤ ਨੂੰ ਵੰਗਾਰ ਪਾ ਦਿੱਤੀ। ਇਹ ਮੌਤ ਇਹ ਹੋਣੀ, ਜਿਤਨੀ ਦੇਰ ਤੱਕ ਮੈਂ ਜ਼ਾਲਮ ਜ਼ੁਲਮ ਨੂੰ ਸੋਧਦਾ ਨਹੀਂ, ਜਿਤਨੀ ਦੇਰ ਤੱਕ ਆਪਣੇ ਗੁਰੂ ਰਾਮਦਾਸ ਜੀ ਦੇ ਦਰ ਘਰ ਦੀ ਹੋਈ ਬੇਅਦਬੀ ਦਾ ਬਦਲਾ ਨਹੀਂ ਲੈਂਦਾ, ਤੁਹਾਡੇ ਤੋਂ ਆਜ਼ਾਦ ਨਹੀਂ ਕਰਵਾ ਲੈਂਦਾ, ਉਨੀ ਦੇਰ ਤੱਕ ਮੈਂ ਸ਼ਹਾਦਤ ਦਾ ਜਾਮ ਨਹੀਂ ਪੀਵਾਂਗਾ। ਮੇਰਾ ਸਿਰ ਝੁਕੇਗਾ ਤੇ ਜਾ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਝੁਕੇਗਾ। ਸਤ ਸੰਗੀ ਜਣੋ, ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਵਾਰ ਸਾਂਝਾ ਹੁੰਦਾ ਏ। ਸਾਂਝੇ ਵਾਰ ਦੇ ਵਿੱਚ ਦੋਵੇਂ ਸਰੀਰ, ਦੋਵੇਂ ਸੀਸ ਧੜ ਨਾਲੋਂ ਅਲੱਗ ਹੋ ਜਾਂਦੇ ਨੇ। ਇੱਕ ਡਿੱਗਦਾ ਏ, ਉਹ ਕਦੀ ਮੁੜ ਕੇ ਉੱਠਿਆ ਹੀ ਨਹੀਂ, ਪਰ ਇੱਕ ਡਿੱਗਿਆ ਜ਼ਰੂਰ। ਪਰ ਆਵਾਜ਼ ਦਿੱਤੀ ਗੁਰੂ ਕੇ ਸਿੱਖਾਂ ਨੇ ਕਿ ਬਾਬਾ ਜੀ ਤੁਸੀਂ ਤੇ ਅਰਦਾਸਾ ਸੋਧਿਆ ਸੀ, ਤੇ ਸਿੰਘ ਜਦੋਂ ਅਰਦਾਸਾ ਸੋਧ ਲੈਂਦੇ ਨੇ, ਅਗਾਹਾਂ ਕੋ ਤਰਾਂਗ ਪਿੱਛਾ ਦੇਖ ਨਾ ਮੋਹਿੜੜਾ, ਉਹ ਫਿਰ ਪਿੱਛੇ ਨੂੰ ਨਹੀਂ ਦੇਖਦੇ, ਅਗਾਹਾਂ ਵੱਧਦੇ ਨੇ। ਬਾਬਾ ਜੀ ਨੇ
ਸੀਸ ਤਲੀ ਤੇ ਟਿਕਾਇਆ, ਖੰਡਾ ਹੱਥ ਵਿੱਚ ਖੜਕਾਇਆ, ਜ਼ੁਲਮਾਂ ਦੇ ਜ਼ਾਲਮਾਂ ਦੇ ਲਾਹੂ ਲਾਏ, ਤੇ ਜਿਹੜੀ ਅਰਦਾਸ ਕੀਤੀ ਸੀ ਉਹ ਅਰਦਾਸ ਪੂਰੀ ਕੀਤੀ ਹੈ। ਇਹ ਉਹਨਾਂ ਦੀ ਯਾਦ, ਉਹਨਾਂ ਨੂੰ ਸਮਰਪਿਤ ਹੋ ਕਰਕੇ ਅਸੀਂ ਇਹਨਾਂ ਅਸਥਾਨਾਂ 'ਤੇ ਹਾਜ਼ਰੀਆਂ ਭਰਦੇ ਹਾਂ। ਭਗਤੀ ਤੇ ਸ਼ਕਤੀ ਦਾ ਸੁਮੇਲ। ਬਾਣੀ ਬਾਬਾ ਦੀਪ ਸਿੰਘ ਜੀ ਨੇ ਜਿੰਨੀ ਪੜ੍ਹੀ, ਜਿਤਨੀ ਬਾਣੀ ਬਾਬਾ ਦੀਪ ਸਿੰਘ ਜੀ ਨੇ ਲਿਖੀ, ਸਤ ਸੰਗੀ ਜਣੋ ਅਸੀਂ ਕਿਤੇ ਕਿਨਕਾ ਮਾਤਰ ਵੀ ਉਤਨੀ ਇੱਕ ਬਾਣੀ ਪੜ੍ਹ ਸਕੀਏ, ਉਸ ਬਾਣੀ ਨੂੰ ਵਿਚਾਰ ਸਕੀਏ, ਸਾਡਾ ਜੀਵਨ ਸਫਲ ਹੋ ਜਾਵੇਗਾ। ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਸਾਡੀਆਂ ਹਾਜ਼ਰੀਆਂ ਉਸ ਦਰ, ਉਸ ਘਰ ਦੇ ਵਿੱਚ ਪ੍ਰਵਾਨ ਹੋ ਜਾਣ, ਜਿਸ ਦਰ ਦੇ, ਇਸ ਘਰ ਦੇ ਵਿੱਚ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੀਸ ਪ੍ਰਵਾਨ ਹੋ ਗਿਆ, ਕਬੂਲ ਹੋ ਗਿਆ, ਉੱਥੇ ਸਾਡੀ ਵੀ ਹਾਜ਼ਰੀ ਲੱਗ ਜਾਵੇ। ਆਓ ਗੁਰੂ ਕੇ ਪਿਆਰ ਵਾਲਿਓ, ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਨਾ ਕਰੀਏ। ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਨਾਲ ਮਿਲ ਕਰਕੇ, ਉਹਨਾਂ ਨਾਲ ਵਿਚਾਰ ਕਰਕੇ ਕਿ ਭਈ ਹੁਣ ਗੁਰਬਾਣੀ ਨੂੰ ਸਾਂਭਣ ਦਾ ਸਮਾਂ ਆ ਗਿਆ ਹੈ, ਆ ਪੋਥੀਆਂ ਨੂੰ ਸੰਭਾਲਣ ਦਾ ਸਮਾਂ ਆ ਗਿਆ ਹੈ। ਇਹਨਾਂ ਦੀ ਇਕੱਤਰਤਾ ਕਰਕੇ ਬਾਣੀ ਨੂੰ ਇੱਕ ਸੰਪਾਦਨ ਦਈਏ, ਇੱਕ ਸਿਰਲੇਖ ਦਈਏ, ਇੱਕ ਤਰਤੀਬ ਦਈਏ, ਐਸੀ ਜਗ੍ਹਾ ਦੀ ਆਪਾਂ ਚੋਣ ਕਰਨੀ ਹੈ। ਇਹ ਵਿਚਾਰਾਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਨਾਲ ਮੇਰੇ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਪਏ ਨੇ। ਤੇ ਦਿਓ ਅਸੀਸ ਕਿਵੇਂ ਮੇਰੇ ਸਤਿਗੁਰੂ ਜੀ ਉਸ ਜਗ੍ਹਾ ਦੀ ਚੋਣ ਕਰਦੇ ਨੇ, ਇਹ ਇਤਿਹਾਸ ਆਪਾਂ ਨੇ ਵਾਚਣਾ ਹੈ। ਬੋਲੋ ਸਤਨਾਮ ਸ੍ਰੀ ਸਤਨਾਮ ਸ੍ਰੀ। ਮਹਾਂਪੁਰਖ ਕੋ ਜਗ ਤਨ ਧਾਰਨ, ਅਨ ਤਨ ਨਰ ਨਸ਼ੇ ਕੇ ਕਾਰਨ। ਮਹਾਂਪੁਰਖ ਕੋ ਜਗ ਤਨ ਧਾਰਨ। ਇੱਕ ਮਹਾਨ ਉਸ ਸ਼ਖਸੀਅਤ, ਜਿਸ ਸ਼ਖਸੀਅਤ ਨੂੰ ਬਾਬਾ ਬੁੱਢਾ ਜੀ ਕਿਹਾ ਜਾਂਦਾ ਹੈ, ਉਸ ਸ਼ਖਸੀਅਤ ਨੂੰ ਕੋਲ ਬੁਲਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਭਈ ਮਹਾਂਪੁਰਖੋ, ਇਸ ਸੰਸਾਰ ਅੰਦਰ ਆਏ ਹਾਂ, ਇਸ ਸੰਸਾਰ ਨੂੰ ਆਪਾਂ ਨੇ ਕੱਚਿਆਂ ਨਹੀਂ ਛੱਡ ਕੇ ਜਾਣਾ, ਇਹਨੂੰ ਇਸ ਸੰਸਾਰ ਨੂੰ ਪੱਕੇ ਦੇ ਨਾਲ ਜੋੜ ਕੇ ਜਾਣਾ ਹੈ। ਪੱਕੇ ਦੇ ਨਾਲ, ਪੂਰੇ ਦੇ ਨਾਲ, ਅਧੂਰੇ ਦੇ ਨਾਲ ਨਹੀਂ। ਕਿਉਂਕਿ ਉਸ ਸਮੇਂ ਐਸੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਸਨ ਕਿ ਕੱਚੇ ਖੜੇ ਹੋ ਗਏ, ਕੱਚੀ ਬਾਣੀ ਰਚਣ ਲੱਗ ਪਏ, ਕੱਚੇ ਬੋਲ ਬੋਲਣ ਲੱਗ ਪਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਹੁਣ ਆਪਾਂ ਯਤਨ ਕਰਨਾ ਕਰੀਏ। ਜਾਤੇ ਅਬ ਕੋ ਥਾਨ ਨਿਹਾਰੋ, ਹੋਏ ਤਾਂ ਕੀ ਸੁੰਦਰ ਸਾਰੋ। ਕਹਿੰਦੇ ਚਲੋ ਚੱਲੀਏ, ਇਹੋ ਜਿਹਾ ਅਸਥਾਨ ਨਿਹਾਰੀਏ, ਦੇਖੀਏ ਕਿਹੋ ਜਿਹਾ ਜਿੱਥੇ ਇਕਾਂਤ ਹੋਵੇ। ਇਕਾਂਤ, ਜਿੱਥੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ, ਜਿਹੜਾ ਸੁੰਦਰ ਹੋਵੇ, ਜਿਹੜਾ ਸੁਹਾਵਣਾ ਹੋਵੇ, ਤੇ ਜਿੱਥੇ ਕੋਈ ਬਹੁਤੀ ਸੰਗਤ ਆ ਜਾ ਨਾ ਸਕੇ। ਜੇ ਹੇਰਤ ਹੋਏ ਹਰਕ ਵਿਸਾਲਾ, ਹਰਿਆ ਬਲਿਆਵਨੀ ਤਰ ਜਾਲਾ। ਕਹਿੰਦੇ ਇਹੋ ਜਿਹੀ ਜਗ੍ਹਾ ਲੱਭੋ ਜਿੱਥੇ ਜਾ ਕਰਕੇ ਮਨ ਜਿਹੜਾ ਹੈ ਵਿਸਾਲਾ ਤੋਂ ਭਾਵ ਖੁਸ਼ ਹੋ ਜਾਵੇ, ਖੁਸ਼ ਹੋ ਜਾਵੇ, ਪ੍ਰਸੰਨਤਾ ਆ ਜਾਵੇ ਮਨ ਦੇ ਅੰਦਰ, ਹਰਿਆਵਲ ਹੋਵੇ, ਹਰੀ ਬਨਸਪਤੀ ਹੋਵੇ, ਤੇ ਉਹ ਜਿੱਥੇ ਦਰਖਤ ਹੀ ਦਰਖਤ ਹੋਣ, ਕਿਉਂਕਿ ਸੰਘਣੀ ਛਾਂ ਦਾ ਹੋਣਾ ਬੜਾ ਜ਼ਰੂਰੀ ਹੈ। ਜਦ ਸਮੀਪ ਹੋਏ ਸੁੰਦਰ ਛਾਇਆ, ਸਗਨਾ ਹਰਤ ਦਲ ਹੋਏ ਸਮੁਦਾਇਆ। ਕਹਿੰਦੇ ਐਸਾ ਅਸਥਾਨ, ਉਹ ਅਸਥਾਨ ਜਿੱਥੇ ਜਲ ਦਾ ਵੀ ਪ੍ਰਬੰਧ ਹੋਵੇ, ਜਲ ਦਾ ਵੀ ਪ੍ਰਬੰਧ ਹੋਵੇ, ਜਿੱਥੇ ਸੁੰਦਰ ਛਾਇਆ ਹੋਵੇ, ਛਾਇਆ ਤੋਂ ਭਾਵ ਛਾਂ, ਜਿੱਥੇ ਸੁੰਦਰ ਛਾਂ ਹੋਵੇ। ਇਹੋ ਜਿਹਾ ਰਮਣੀਕ ਅਸਥਾਨ, ਸੁੰਦਰ ਅਸਥਾਨ, ਹਰਿਆਵਲ ਨਾ ਭਰੇ ਹੋਏ ਦਰਖਤ, ਹਰੀਆਂ ਪੱਤੀਆਂ ਨਾ ਭਰੇ ਹੋਏ ਦਰਖਤ ਹੋਣ, ਐਸੀ ਜਗ੍ਹਾ ਦੀ ਭਾਲ ਕਰਨਾ ਕਰੋ। ਹੁਣ ਭਾਈ ਗੁਰਦਾਸ ਅਦਾਮ ਹੈ, ਜੋ ਥਲ ਕਿਰਪਾ ਸਿੰਧ ਕੋ ਭਾਵੈ। ਭਾਈ ਗੁਰਦਾਸ ਜੀ ਨੇ ਜਦੋਂ ਸੁਣਨਾ ਕੀਤਾ,
ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਨਮੁਖ ਹੋ ਕਰਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ, ਜੋ ਆਪ ਜੀ ਨੂੰ ਭਾਉਂਦਾ ਏ, ਜੋ ਆਪ ਜੀ ਨੂੰ ਚੰਗਾ ਲੱਗਦਾ ਏ, ਜਿਹੜਾ ਅਸਥਾਨ ਆਪ ਜੀ ਨੂੰ ਭਾ ਜਾਵੇ, ਆਪ ਜੀ ਨੂੰ ਚੰਗਾ ਲੱਗੇ, ਅਸੀਂ ਉਹ ਅਸਥਾਨ ਦੀ ਭਾਲ ਕਰਦੇ ਹਾਂ। ਸੋ ਅਛੋ ਹੋਏ ਬੈਠੇ ਜੋ ਬੈਠਣ ਜੋਗ, ਜਹਾਂ ਨਾ ਪਹੁੰਚ ਸਕੇ ਸਭ ਲੋਗ। ਜਿਹੜਾ ਸਾਡੇ ਬੈਠਣ ਦੇ ਲਈ ਸੁਹਾਵਣਾ ਹੋਵੇ, ਬੈਠਣ ਦੇ ਯੋਗ ਹੋਵੇ, ਜਿੱਥੇ ਬਹੁਤ ਸਾਰੇ ਲੋਕ, ਭਾਵ ਬਹੁਤ ਸਾਰੇ ਲੋਕ ਪਹੁੰਚ ਨਾ ਕਰ ਸਕਦੇ ਹੋਣ, ਕਿਉਂਕਿ ਇਹ ਜਿਹੜਾ ਕਾਰਜ ਸੀ ਨਾ, ਕੋਈ ਛੋਟਾ ਕਾਰਜ ਨਹੀਂ ਸੀ, ਬਹੁਤ ਵੱਡਾ ਕਾਰਜ ਸੀ। ਸਤਿਗੁਰੂ ਜੀ ਚਾਹੁੰਦੇ ਸਨ ਕਿ ਇਹ ਕਾਰਜ ਕਰਦੇ ਆ ਬਹੁਤੀ ਸੰਗਤ ਦੀ ਉੱਥੇ ਭੀੜ ਨਾ ਹੋਵੇ, ਸੰਗਤ ਦੀ ਆਵਾਜਾਈ ਨਾ ਹੋਵੇ, ਕਿਉਂਕਿ ਸੰਗਤ ਦੀ ਆਵਾਜਾਈ ਹੋਵੇਗੀ ਤੇ ਧਿਆਨ ਵੀ ਭਟਕੇਗਾ, ਇਕਾਗਰਤਾ ਵੀ ਭੰਗ ਹੋਵੇਗੀ। ਇਸ ਕਰਕੇ ਐਸੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਆਵਾਜਾਈ ਬਹੁਤ ਘੱਟ ਹੋਵੇ। ਹੁਣ ਸ਼੍ਰੀ ਅਰਜਨ ਆਪੇ ਚਲੇ, ਖੋਜਨ ਤਾਨ ਬੈਠਵੇ ਭਲੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਨਾ ਆਪ ਚੱਲ ਪਏ ਨੇ। ਆਪ ਹੁਣ ਚੱਲੇ ਨੇ ਪੂਰਬ ਵੱਲ, ਗੁਰੂ ਰਾਮਦਾਸ ਜੀ ਦੇ ਦਰ ਘਰ, ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ, ਜਿੱਥੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਿੱਥੇ ਇਹ ਸਰੋਵਰ ਹੈ, ਇਸ ਸਰੋਵਰ ਤੋਂ ਸਰ ਜੀ ਪੂਰਬ ਵੱਲ ਸਤਿਗੁਰੂ ਜੀ ਚੱਲਣ ਲੱਗੇ ਹਨ। ਸੰਗ ਚਲੇ ਬੁੱਢਾ ਗੁਰਦਾਸ, ਕਿਤਕ ਸਿੱਖ ਜੇ ਗਿਆਨ ਨਿਵਾਸ। ਹੁਣ ਨਾਲ ਬਾਬਾ ਬੁੱਢਾ ਜੀ ਵੀ ਨੇ ਤੇ ਭਾਈ ਗੁਰਦਾਸ ਜੀ ਵੀ ਨੇ, ਤੇ ਹੋਰ ਵੀ ਸਿੱਖ ਗਿਆਨਵਾਨ ਜਿਹੜੇ ਸਿੱਖ ਨੇ, ਸੂਝਵਾਨ ਜਿਹੜੇ ਸਿੱਖ ਨੇ, ਉਹ ਵੀ ਨਾਲ ਚੱਲੇ ਹਨ। ਚਲੇ ਸੁਦਾਸਰ ਤੇ ਦਿਸ਼ ਪ੍ਰਾਚੀ, ਮਾਤੇ ਉਪਕਾਰ ਵਿਖੇ ਦਿਨ ਰਾਚੀ। ਚੱਲੇ ਸੁਦਾਸਰ ਤੇ ਦਿਸ ਪ੍ਰਾਚੀ, ਕਹਿੰਦੇ ਪੂਰਬ ਦਿਸ਼ਾ ਵੱਲ ਨੂੰ ਇਸ ਸਰੋਵਰ ਤੋਂ ਸਤਿਗੁਰੂ ਜੀ ਚੱਲੇ ਨੇ। ਮੱਤ ਜਿਹੜੀ ਹੈ ਮੇਰੇ ਸਤਿਗੁਰੂ ਜੀ ਪਰ ਉਪਕਾਰ ਵਾਲੀ ਹੈ। ਸਤਿਗੁਰੂ ਜੀ ਜਿਹੜੀ ਸੋਚ ਹੈ ਨਾ, ਪਰ ਉਪਕਾਰ ਵਾਲੀ ਹੈ। ਸਤਿਗੁਰੂ ਜੀ ਸਾਡੇ ਤੇ ਪਰ ਉਪਕਾਰ ਕਰਨਾ ਚਾਹ ਰਹੇ ਨੇ। ਕੀ ਪਰ ਉਪਕਾਰ ਕਰਨਾ ਚਾਹ ਰਹੇ ਨੇ ਕਿ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਕਰ ਦਿੱਤੀ ਜਾਵੇ, ਇਸ ਦੀ ਇਕੱਤਰਤਾ, ਪੋਥੀਆਂ ਦੀ ਇਕੱਤਰਤਾ ਇੱਕ ਜਗ੍ਹਾ ਤੇ ਕਰ ਦਿੱਤੀ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਸ਼ਬਦ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਨੂੰ ਗੁਰੂ ਕਿਹਾ ਗਿਆ। ਇੱਕ ਦਿਨ ਇਹ ਪ੍ਰਕਾਸ਼ ਹੋਵੇਗਾ, ਇਸ ਨੂੰ ਹੁਕਮ ਕੀਤਾ ਜਾਵੇਗਾ ਗੁਰੂ ਵੱਲੋਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਜੀ ਇਹ ਜਾਣਦੇ ਨੇ, ਇਸ ਕਰਕੇ ਮੇਰੇ ਸਤਿਗੁਰੂ ਜੀ ਇਹ ਮਹਾਨ ਕਾਰਜ ਕਰਨ ਵਾਸਤੇ ਆਪ ਉੱਚੀ ਮੱਤ ਲੈ ਕਰਕੇ, ਚੰਗੀ ਮੱਤ ਲੈ ਕਰਕੇ, ਉਪਕਾਰ ਕਰਨ ਵਾਸਤੇ ਵਿਖੇ ਭਾਵ ਬਣ ਦੇ ਵਿੱਚ ਚੱਲਣਾ ਕਰਦੇ ਹਨ। ਇਤਿ ਉਤ ਬਿਰ ਕਰ ਸਦਨ ਨਿਹਾਰੇ, ਜੈ ਦਰ ਸੰਗ ਨੇ ਤਹਾਂ ਬਦਾਰੇ। ਹੁਣ ਸਤਿਗੁਰੂ ਜੀ ਆਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸੁਰਤ ਨੂੰ ਟਿਕਾ ਕੇ ਰੱਖਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਗੁਰੂ ਕੇ ਪਿਆਰ ਵਾਲਿਓ। ਸਤਿਗੁਰੂ ਜੀ ਆਪ ਗਏ ਨੇ। ਆਪ ਮੇਰੇ ਸਤਿਗੁਰੂ ਜੀ ਕੋ ਬਹੁਤ ਸੂਝਵਾਨ ਸਿੱਖ ਨੇ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਹੋਰ ਅਨੇਕਾਂ ਸਿੱਖ ਨੇ ਸੂਝਵਾਨ। ਪਰ ਸਤਿਗੁਰੂ ਜੀ ਇਸ ਕਾਰਜ ਨੂੰ ਕਰਨ ਵਾਸਤੇ, ਅਸਥਾਨ ਲੱਭਣ ਵਾਸਤੇ ਆਪ ਚੱਲਦੇ ਨੇ, ਆਪ ਬਣਾ ਵਿੱਚ ਜਾਂਦੇ ਨੇ, ਆਪ ਜੰਗਲਾਂ ਵਿੱਚ ਜਾ ਰਹੇ ਨੇ। ਤੇ ਕੀ ਦੇਖਦੇ ਨੇ, ਇੱਧਰ ਉੱਧਰ ਜਾ ਕਰਕੇ, ਜੰਗਲਾਂ ਵਿੱਚ ਜਾ ਕਰਕੇ ਦੇਖਦੇ ਨੇ ਕਿ ਕਿਤੇ ਸੰਘਣੀ ਜੀ ਜਗ੍ਹਾ ਮਿਲੇ, ਜਿੱਥੇ ਬਿਰਖਾਂ ਦਾ ਭਾਵ ਦਰਖਤਾਂ ਦਾ ਝੁੰਡ ਹੋਵੇ। ਜਿਤਕ ਕਾਲ ਵਿਚਰਤ ਜਿਤੇ ਹੋਰਾ, ਨੇ ਪਾਈ ਬੈਠ ਬੁਕੀ ਠੌਰਾ। ਹੁਣ ਕੇਤਕ ਕਾਲ ਕਹਿੰਦੇ ਨੇ ਸਮੇਂ ਨੂੰ, ਕਹਿੰਦੇ ਥੋੜ੍ਹੇ ਸਮੇਂ ਦੇ ਅੰਦਰ ਉਸ ਜਗ੍ਹਾ 'ਤੇ ਪਹੁੰਚ ਗਏ। ਉਹ ਜਿਹੜੀ ਥਾਂ ਸੀ ਉਹਨੂੰ ਠੋਰ ਲਿਆ, ਭਾਵ ਲੱਭ ਲਿਆ। ਉਹ ਥਾਂ ਲੱਭ ਗਈ ਜਿਸ ਥਾਂ ਦੀ ਭਾਲ ਮੇਰੇ ਸਤਿਗੁਰੂ ਜੀ ਆਪ ਕਰਨ ਵਾਸਤੇ ਗਏ ਹਨ। ਚੱਲ ਦਲ ਖਰੇ ਹਰੇ ਦਿਖ ਦੂਰੇ, ਗਮਨੰਦ ਪਹੁੰਚੇ ਸ਼੍ਰੀ ਗੁਰਪੂਰੇ। ਚੱਲ ਦਲ ਕਹਿੰਦੇ ਨੇ ਪਿੱਪਲ ਦੇ ਰੁੱਖ ਨੂੰ, ਪਿੱਪਲ ਦਾ ਰੁੱਖ।
ਚਲ ਦਲ ਤੋਂ ਭਾਵ ਹੈ ਪਿੱਪਲ ਦਾ ਰੁੱਖ। ਹੁਣ ਇਸ ਪਿੱਪਲ ਦੇ ਰੁੱਖ ਦੇ ਕੋਲ ਸਤਿਗੁਰੂ ਜੀ ਜਾਣਾ ਕਰਦੇ ਨੇ। ਹਰਾ ਰੁੱਖ ਪਿੱਪਲ ਦਾ, ਹਰੀਆਂ ਪੱਤੀਆਂ, ਟਾਹਣੀਆਂ ਹਰੀਆਂ ਪਈਆਂ ਨੇ, ਪੱਤੇ ਹਰੇ ਪਏ ਨੇ। ਸਤਿਗੁਰੂ ਜੀ ਦੇਖਦੇ ਪਏ ਨੇ। ਗਨਮਤ ਪਹੁੰਚੇ ਸ੍ਰੀ ਗੁਰਪੂਰੇ, ਤੇ ਸਤਿਗੁਰੂ ਜੀ ਪੂਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜਗ੍ਹਾ ਤੇ ਇਸ ਦਰਖਤ ਦੇ ਕੋਲ ਆਪ ਪਹੁੰਚ ਜਾਂਦੇ ਹਨ। ਬਦਰੀ ਅਨੇਕ ਖਰੀ ਹਰੀ ਹਰੀ ਸ਼ੋਭ ਖਰੀ, ਕਾਮ ਕੀ ਤਪਦ ਹਰੀ ਹੇਰੀ ਏਕ ਢਾਲ ਕੀ। ਹੁਣ ਇਹ ਜਿਹੜੇ ਦਰਖਤ ਨੇ ਨਾ ਬੜੇ ਸੰਘਣੇ ਨੇ। ਇੱਥੇ ਕਿੱਕਰਾਂ ਵੀ ਨੇ, ਇੱਥੇ ਪਿੱਪਲ ਵੀ ਨੇ, ਇੱਥੇ ਜੰਡ ਵੀ ਨੇ, ਜੰਡ। ਹੁਣ ਜੰਡ ਵੀ ਨੇ, ਕਿੱਕਰਾਂ ਵੀ ਨੇ, ਪਿੱਪਲ ਵੀ ਨੇ। ਇਹ ਸਾਰੀ ਹਰਿਆਵਲ ਹਰੀ ਹੈ, ਪੱਤੇ ਹਰੇ ਨੇ। ਇੱਥੇ ਗੁਰੂ ਕੇ ਪਿਆਰ ਵਾਲਿਓ ਇੱਕ ਛੋਟਾ ਜਿਹਾ ਤਲਾਬ ਵੀ ਹੈ, ਭਾਵ ਜਲ ਦਾ ਵੀ ਪ੍ਰਬੰਧ ਹੈ। ਜਿਸ ਜਲ ਬਾਬਤ ਪਹਿਲਾਂ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਕਿ ਉੱਥੇ ਜਲ ਵੀ ਹੋਵੇ, ਉੱਥੇ ਸੰਘਣੀ ਛਾਂ ਵੀ ਹੋਵੇ, ਉੱਥੇ ਆਉਂਦਾ ਜਾਂਦਾ ਕੋਈ ਨਾ ਹੋਵੇ। ਇੱਥੇ ਛਾਂ ਵੀ ਹੈ, ਸੰਘਣੀ ਛਾਂ ਹੈ, ਝੁੰਡ ਬਣਿਆ ਹੋਇਆ ਹੈ, ਤੇ ਤਲਾਅ ਵੀ ਹੈ। ਤੇ ਜਿਹੜਾ ਤਲਾਅ ਹੈ ਨਾ, ਜਿਹੜਾ ਪਾਣੀ ਉੱਥੇ ਸਤ ਸੰਗੀ ਜਿਹਨੂੰ ਹਰੀਆਂ ਪੱਤੀਆਂ ਪਿੱਪਲ ਦੀਆਂ ਉਸ ਜਲ ਦੇ ਨਾਲ ਛੂਹ ਰਹੀਆਂ ਨੇ। ਸਤਿਗੁਰੂ ਜੀ ਨੇ ਇਹ ਸਾਰਾ ਦ੍ਰਿਸ਼ ਦੇਖਣਾ ਕੀਤਾ ਹੈ। ਜੰਡ ਹੈ ਅਖੰਡ ਗਨ ਠਾਡੀ ਹੈ ਕੁਲੀਰ ਭੀਰ, ਚੱਲ ਦਲ ਚਲਾ ਚਲ ਦਲ ਕਲ ਜਾਲ ਕੀ। ਸੁੰਦਰ ਸੁੰਦਰ ਸੁਗੰਧ ਛਾਏ ਮੁਗਦ ਕਰਤ ਮਨ, ਚਾਰੋਰ ਦੇਖੇ ਹਰਿਆਈ ਥੋੜੇ ਕਾਲ ਕੀ। ਚਾਰੇ ਪਾਸੇ ਹਰਿਆਵਲ, ਪਿੱਪਲ ਦੇ ਰੁੱਖ, ਪਿੱਪਲ ਦੀਆਂ ਪੱਤੀਆਂ, ਜੰਡ, ਕੰਕੀਰ। ਸਤ ਸੰਗੀ ਜਨੋ ਇਹ ਦੇਖ ਕਰਕੇ ਸਤਿਗੁਰੂ ਜੀ ਅੰਦਰੋਂ ਅੰਦਰ ਹੀ, ਹਿਰਦੇ ਅੰਦਰ ਹੀ ਪ੍ਰਸੰਨਤਾ ਲਿਆ ਰਹੇ ਨੇ, ਖੁਸ਼ੀ ਲਿਆ ਰਹੇ ਹਨ। ਧਰਾ ਜਲ ਨਾਲ ਕੀ ਵਿਪਟ ਬਜੋਤ ਡਾਲ ਕੀ, ਪਰ ਸਿੰਧ ਮੈਂ ਕਿਰਪਾਲ ਕੀ, ਪਰ ਮੁਦਤ ਵਿਸਾਲ ਕੀ। ਹੁਣ ਇਹ ਸਾਰਾ ਕੁਝ ਦੇਖ ਕਰਕੇ ਨਾ ਸਤਿਗੁਰੂ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਆ ਜਿਹੜਾ ਅਸਥਾਨ ਹੈ ਇਹ ਦੇਖੋ ਕਿਤਨਾ ਸੁੰਦਰ ਹੈ। ਇਸ ਅਸਥਾਨ ਨੂੰ ਵਿਦਵਾਨਾਂ ਨੇ ਆਪਣੀ ਕਲਮ ਦੁਆਰਾ ਸਤ ਸੰਗੀ ਜਿਹਨੂੰ ਰਮਨੀਕ ਕਿਹਾ। ਰਮਨੀਕ, ਰਮਨੀਕ, ਰਮਨੀਕ ਅਸਥਾਨ। ਅੱਜ ਅਸੀਂ ਇਸ ਅਸਥਾਨ ਨੂੰ ਮਾਫ ਕਰਿਓ, ਬਹੁਤਾਤ, ਸਾਰੇ ਨਹੀਂ ਬਹੁਤਾਤ ਅਸੀਂ ਵਿਸਾਰ ਚੁੱਕੇ ਹਾਂ। ਸਾਨੂੰ ਕੋਈ ਪੁੱਛ ਲਵੇ ਨਾ ਵੀ ਇਹ ਸਥਾਨ ਕਿੱਥੇ ਹੈ, ਤੇ ਸਾਨੂੰ ਸਭਨਾਂ ਨੂੰ ਦੱਸਣਾ ਮੁਸ਼ਕਲ ਹੋ ਜਾਵੇਗਾ। ਜਿਨ੍ਹਾਂ ਨੂੰ ਪਤਾ ਹੈ ਉਹ ਵਡਭਾਗੇ, ਕਿਉਂਕਿ ਉਹਨਾਂ ਦੀ ਸੁਰਤ ਵਿੱਚ ਇਹ ਅਸਥਾਨ ਟਿਕਿਆ ਹੋਇਆ ਹੈ ਕਿ ਕਿੱਥੇ ਇਹ ਕਾਰਜ ਕੀਤਾ ਗਿਆ ਸੀ। ਪਰ ਬਹੁਤਾਤ ਦੇ ਵਿੱਚ ਅੱਜ ਇਸ ਸਥਾਨ ਬਾਰੇ, ਇਸ ਸਰੋਵਰ ਬਾਰੇ ਜਾਣਕਾਰੀ ਨਹੀਂ ਹੈ। ਜਿਹੜਾ ਸਰੋਵਰ ਹੁਣ ਸਤਿਗੁਰੂ ਜੀ ਨੇ ਬਣਾਉਣਾ ਹੈ, ਜਿਹੜਾ ਅਸਥਾਨ ਨੂੰ ਰਮਨੀਕ ਮੇਰੇ ਸਤਿਗੁਰੂ ਜੀ ਨੇ ਕਹਿਣਾ ਹੈ। ਸ਼੍ਰੀ ਦੋ ਗੁਰ ਦੇਖ ਗਇਓ ਗੁਰਦਾਸ ਕੋ, ਪੰਜ ਵੱਡੀ ਸਥਾਨ ਨਿਹਾਰਾ। ਗੁਰੂ ਜੀ ਨੇ ਇਹ ਸਥਾਨ ਦੇਖਿਆ ਜੀ, ਤੇ ਦੇਖ ਕਰਕੇ ਨਾ ਕਹਿੰਦੇ ਇਹ ਪੰਚਵਟੀ ਹੈ। ਪੰਚਵਟੀ ਨਾਸਕ ਦੇ ਵਿੱਚ ਗੋਦਾਵਰੀ ਦੇ ਕੰਢੇ ਤੇ, ਨਾਸਕ 'ਚ ਗੋਦਾਵਰੀ ਹੈ, ਗੋਦਾਵਰੀ ਦੇ ਕੰਢੇ ਤੇ ਇੱਕ ਅਸਥਾਨ ਹੈ ਪੰਚਵਟੀ। ਪੰਚਵਟੀ ਇਹ ਅਸਥਾਨ ਤ੍ਰੇਤੇ ਦੇ ਭਗਵਾਨ ਰਾਮ ਭਗਵਾਨ ਇੱਥੇ ਜਾ ਕੇ ਟਿਕੇ ਸਨ। ਇੱਥੇ ਜਾ ਕੇ ਟਿਕੇ ਸਨ। ਇਹ ਇੱਕ ਤੀਰਥ ਅਸਥਾਨ ਬਣ ਗਿਆ, ਤੀਰਥ ਅਸਥਾਨ। ਸਨਾਤਨ ਮਤ ਸਾਰੇ ਇਸ ਪੰਚਵਟੀ ਨੂੰ ਬੜਾ ਮਹਾਨ ਤੀਰਥ ਮੰਨਦੇ ਨੇ, ਤੇ ਇੱਥੇ ਦਰਸ਼ਨਾਂ ਲਈ ਜਾਂਦੇ ਨੇ। ਅੱਜ ਵੀ ਇਹ ਅਸਥਾਨ ਮੌਜੂਦ ਹੈ। ਹੁਣ ਸਤਿਗੁਰੂ ਜੀ ਦੀ ਜਿਹੜੀ ਸੋਚ ਹੈ, ਜਿਹੜੀ ਸੁਰਤ ਹੈ, ਕਿਤਨੇ ਕਾਲਾਂ ਦੇ ਵਿੱਚ ਜਾ ਰਹੀ ਹੈ। ਹੁਣ ਦੇਖੋ ਕਲਯੁਗ ਦੇ ਵਿੱਚ ਨੇ ਮੇਰੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਲਯੁਗ ਦਾ ਸਮਾਂ ਹੈ। ਗੱਲ ਕਰ ਰਹੇ ਨੇ ਤ੍ਰੇਤੇ ਯੁੱਗ ਦੀ, ਭਾਵ ਸਤਿਗੁਰੂ ਜੀ ਗਿਆਨ ਰੱਖਦੇ ਨੇ। ਕਿਉਂ? ਕਿਉਂਕਿ ਉਹ ਆਪ ਪਰਮੇਸ਼ਰ ਨੇ, ਆਪ ਨਿਰੰਕਾਰ ਨੇ, ਤੇ ਨਿਰੰਕਾਰ ਨੇ ਜਿਤਨੇ ਵੀ ਦੇਵੀ ਦੇਵਤੇ ਭੇਜੇ ਨੇ ਉਹਨਾਂ ਦੀ ਜੀਵਨੀ ਵੀ ਪਤਾ ਹੈ, ਉਹਨਾਂ ਦੇ ਸਥਾਨ ਵੀ ਪਤਾ ਹੈ। ਸਤਿਗੁਰੂ ਜੀ ਨੇ ਉਹ ਅਸਥਾਨ ਦੇਖ ਕੇ ਨਾ, ਜਗ੍ਹਾ ਦੇਖ ਕੇ, ਹਰਿਆਵਲ ਦੇਖ ਕੇ, ਤੇ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਇਹ ਨਾ ਪੰਚਵਟੀ ਦੀ ਤਰ੍ਹਾਂ ਆ।
ਕਿਵੇਂ ਉੱਥੇ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੈ, ਇੱਥੇ ਰਮਣੀਕ ਉਹ ਜਗ੍ਹਾ ਆ, ਇਸ ਤਰ੍ਹਾਂ ਹੀ ਉੱਥੇ ਦਰਖਤ ਨੇ, ਇੱਦਾਂ ਹੀ ਉੱਥੇ ਸੋਹਣੀ ਛਾਂ ਆ। ਇਹ ਉਹ ਅਸਥਾਨ ਆ, ਉਵੇਂ ਦਾ ਇਹ ਅਸਥਾਨ ਲੱਗ ਰਿਹਾ ਹੈ। बीच धरा एक सार जहां ते बैठन चाहत चित हमारा। ਕਹਿੰਦੇ ਬੀਚ ਧਰਾ ਇੱਕ ਸਾਰ ਜਹਾਂ, ਜਿਹੜਾ ਧਰ ਤੋਂ ਕਹਿੰਦੇ ਧਰਤੀ, ਕਹਿੰਦੇ ਇਹ ਜਿਹੜੀ ਧਰਤੀ ਹੈ ਨਾ ਇੱਕ ਸਾਰ ਹੈ, ਇੱਕ ਸਾਰ ਬਰਾਬਰ, ਭਾਵ ਉੱਚੀ ਨੀਵੀਂ ਨਹੀਂ ਹੈ, ਬਰਾਬਰ ਹੈ। ਹੁਣ ਧਰਤੀ ਇਹ ਬਰਾਬਰ ਹੈ, ਇਸ ਇੱਕ ਸਾਰ ਜਿੱਥੇ ਹੈ ਇੱਥੇ ਬੈਠਣ ਨੂੰ ਸਾਡਾ ਚਿੱਤ ਕਰਦਾ ਹੈ। ਚਾਹਤ ਚਿੱਤ ਹਮਾਰਾ, ਸਾਡਾ ਚਿੱਤ ਇੱਥੇ ਬੈਠਣ ਨੂੰ ਕਰਦਾ ਹੈ ਕਿ ਇੱਥੇ ਅਸੀਂ ਬੈਠਣਾ ਕਰੀਏ। ਤੈਬੈ ਤੰਬੂ ਕਨਾ ਦਿਆ ਲਗਵਾਵੋ ਭਾਖ ਮੰਗਾਵੋ ਦਾਸ ਹਕਾਰਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਰਮਣੀਕ ਅਸਥਾਨ ਨੂੰ ਆਪਣੇ ਹਿਰਦੇ 'ਚ ਟਿਕਾ ਲਿਆ, ਆਪਣੇ ਮੁਬਾਰਕ ਚਰਨ ਪਾ ਦਿੱਤੇ ਨੇ। ਤੇ ਮੁਬਾਰਕ ਚਰਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਨ ਸੁਹਾਵਣਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਕਹਿੰਦੇ, ਭਾਈ ਗੁਰਦਾਸ ਜੀ ਹੁਣ ਇਸ ਤਰ੍ਹਾਂ ਕਰੋ, ਦਾਸਾਂ ਨੂੰ ਭਾਵ ਜਿਹੜੇ ਸੇਵਕ ਸਿੱਖ ਨੇ ਨਾ, ਸਿੱਖਾਂ ਨੂੰ ਆਵਾਜ਼ ਦੇਵੋ ਕਿ ਉਹ ਤੰਬੂ ਤੇ ਕਨਾਤਾਂ ਇੱਥੇ ਲੈ ਕੇ ਆ ਜਾਣ। ਹੈ ਸੁਖਵੰਤ ਕੰਤ ਮਹਾ ਚੌਰ ਖਰੇ ਕਰ 4000। ਕਹਿੰਦੇ ਇਹ ਜਿਹੜਾ ਇਹ ਅਸਥਾਨ ਇਹ ਸੁਖਵੰਤ ਇਕੰਤ ਮਹਾ ਚਹੁਰ, ਇੱਥੇ ਸੁੱਖ ਹੀ ਸੁੱਖ ਹੈ। ਸਾਰੀ ਔਰ ਚਹੁ ਦਿਸ, ਚਾਰੇ ਹੀ ਦਿਸ਼ਾਵਾਂ ਦੇ ਵਿੱਚ ਸੁੱਖ ਵਰਤੇਗਾ। ਤੇ ਇੱਥੇ ਹਜ਼ਾਰਾਂ ਹੀ ਦਰਖਤ ਨੇ, ਹਜ਼ਾਰਾਂ ਹੀ ਇੱਥੇ ਪੇੜ ਨੇ, ਪੌਦੇ ਨੇ, ਜਿਹੜੇ ਸੁੰਦਰ ਛਾਇਆ ਦੇ ਰਹੇ ਹਨ। ਜੋ ਸੁਨ ਕੇ ਗੁਰਦਾਸ ਬਨਿਓ ਸੋਈ ਥਾਨ ਬਲੋ ਜੈ ਆਪ ਕੋ ਭਾਵੇ। ਭਾਈ ਗੁਰਦਾਸ ਜੀ ਸੁਣ ਕੇ ਹੱਥ ਜੋੜ ਕੇ ਕਹਿੰਦੇ ਨੇ ਕਿ ਸਤਿਗੁਰੂ ਜੀ, ਜੋ ਤੁਹਾਨੂੰ ਤੁਹਾਡੇ ਮਨ ਨੂੰ ਭਾ ਗਿਆ ਉਹੀ ਥਾਨ ਸੁਹਾਵਣਾ ਹੈ। ਜੋ ਤੁਹਾਡੇ ਮਨ ਨੂੰ ਭਾ ਗਿਆ, ਜਿੱਥੇ ਤੁਸੀਂ ਮੁਬਾਰਕ ਚਰਨ ਪਾ ਦਿੱਤੇ ਉਹੀ ਥਾਨ ਸੁਹਾਵਣਾ ਹੈ। ਸਤ ਸੰਗੀ ਜਣੋ ਕਿਤੇ ਅਰਦਾਸ ਕਰਿਓ ਗੁਰੂ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ। ਸਤਿਗੁਰੂ ਜੀ ਨੇ ਆਪਣੇ ਮੁਬਾਰਕ ਚਰਨ ਅੱਜ ਵੀ ਕਿਤੇ ਨਹੀਂ ਖੜੇ, ਅੱਜ ਵੀ ਸਾਡੇ ਕੋਲ ਨੇ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ, ਚਰਨਾਂ ਕਮਲਾਂ ਦਾ ਆਸਰਾ ਅੱਜ ਵੀ ਲਈਏ। ਅੱਜ ਕਿਤੇ ਆਪਣੇ ਹਿਰਦੇ ਨੂੰ ਰਮਣੀਕ ਬਣਾ ਕਰਕੇ, ਹਰਿਆਵਲ ਹਰਿਆ ਬਣਾ ਕਰਕੇ ਗੁਰੂ ਅੱਗੇ ਅਰਦਾਸ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਰਮਣੀਕ ਹਿਰਦੇ ਅੰਦਰ, ਹਰੇ ਭਰੇ ਹਿਰਦੇ ਦੇ ਅੰਦਰ ਆਪਣੀ ਮੁਬਾਰਕ ਚਰਨੀ ਪਾ ਦੇਵੋ, ਮੁਬਾਰਕ ਚਰਨੀ ਪਾ ਦੇਵੋ। ਜਿਸ ਹਿਰਦੇ ਅੰਦਰ ਪਰਮਾਤਮਾ ਨੇ ਆਪਣੇ ਮੁਬਾਰਕ ਚਰਨ ਪਾ ਦਿੱਤੇ ਸਤ ਸੰਗੀ ਜਣੋ, ਉਹ ਹਿਰਦਾ ਸੁਹਾਵਣਾ ਹੋ ਜਾਂਦਾ ਹੈ, ਉਹ ਹਿਰਦਾ ਸਫਲ ਹੋ ਜਾਂਦਾ ਹੈ, ਉਹ ਜੀਵਨ ਸਫਲ ਹੋ ਜਾਂਦਾ ਹੈ ਜਿੱਥੇ ਗੁਰੂ ਦੇ ਚਰਨ ਪੈ ਜਾਣ। ਪਰ ਉਸ ਵਾਸਤੇ ਸਾਨੂੰ ਸੰਘਣੀ ਛਾਇਆ ਚਾਹੀਦੀ, ਸੰਘਣੀ ਛਾਇਆ, ਜਿੱਥੇ ਦੁੱਖਾਂ ਕਲਾ ਕਲੇਸ਼ਾਂ ਦਾ ਵਸੇਬਾ ਨਾ ਹੋਵੇ, ਤਪਸ ਦੀਆਂ ਕਿਰਨਾਂ ਜਿੱਥੇ ਪਹੁੰਚ ਨਾ ਸਕਦੀਆਂ ਹੋਣ। ਸਤਿਗੁਰੂ ਜੀ ਕਹਿੰਦੇ ਹਨ ਇਹ ਅਸਥਾਨ ਇਸ ਕਰਕੇ ਚੁਣਿਆ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਨਹੀਂ ਆਉਣਗੀਆਂ, ਤਪਸ ਨਹੀਂ ਹੋਵੇਗੀ, ਗਰਮੀ ਨਹੀਂ ਹੋਵੇਗੀ, ਬੈਠਣਾ ਸੁਖਾਲਾ ਹੋਵੇਗਾ, ਜਲ ਨੇੜੇ। ਤੇ ਗੁਰੂ ਕੇ ਪਿਆਰ ਵਾਲਿਓ, ਦੁੱਖਾਂ ਰੂਪੀ ਸੂਰਜ ਤੋਂ ਜੇ ਬਚਣਾ ਹੈ ਨਾ, ਤੇ ਫਿਰ ਬਾਣੀ ਦਾ ਸਹਾਰਾ ਲੈਣਾ ਪੈਣਾ ਹੈ, ਬਾਣੀ ਦੀ ਛਾਂ ਹੇਠ ਆਉਣਾ ਪੈਣਾ ਹੈ। ਅੰਮ੍ਰਿਤ ਸਰੋਵਰ ਅੰਮ੍ਰਿਤ ਰਸ ਹੈ ਬਾਣੀ ਵਿੱਚ, ਤੇ ਜਿੱਥੇ ਅੰਮ੍ਰਿਤ ਸਰੋਵਰ ਹੋਵੇ, ਜਿੱਥੇ ਜਲ ਹੋਵੇ, ਉੱਥੇ ਸੀਤਲਤਾ, ਠੰਡੀਆਂ ਹਵਾਵਾਂ ਆਪਣੇ ਆਪ ਵਗਦੀਆਂ ਨੇ, ਆਪਣੇ ਆਪ ਆਉਂਦੀਆਂ ਨੇ, ਕਿਸੇ ਨੂੰ ਕਹਿਣਾ ਨਹੀਂ ਪੈਂਦਾ। ਕਹਿੰਦੇ ਆ ਨਾ ਸਮੁੰਦਰ ਦੇ ਕੰਢੇ 'ਤੇ ਠੰਡ ਬੜੀ ਹੁੰਦੀ ਏ, ਉੱਥੇ ਠੰਡ ਇਸ ਕਰਕੇ ਹੁੰਦੀ ਹੈ ਕਿਉਂਕਿ ਉੱਥੇ ਸੀਤਲ ਹੈ, ਉੱਥੇ ਜਲ ਹੈ। ਤੇ ਜਿੱਥੇ ਜਲ ਹੋਵੇਗਾ, ਜਿੱਥੇ ਬਾਣੀ ਹੋਵੇਗੀ, ਜਿੱਥੇ ਅੰਮ੍ਰਿਤ ਹੋਵੇਗਾ, ਉੱਥੇ ਠੰਡ ਵਰਤੇਗੀ, ਵਰਤੇਗੀ। ਸਤਿਗੁਰੂ ਜੀ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ, ਜੋ ਤੁਹਾਡੇ ਮਨ ਨੂੰ ਭਾ ਰਿਹਾ ਹੈ, ਚੰਗਾ ਲੱਗ ਰਿਹਾ ਹੈ,
ਇਹ ਥਾਨ ਜਿਹੜਾ ਇਹ ਸੁਹਾਵਣਾ ਹੋ ਗਿਆ ਹੈ। ਹੁਣ ਅਸੀਂ ਇਸ ਅਸਥਾਨ ਦੀ ਜਿਵੇਂ ਤੁਹਾਡਾ ਹੁਕਮ ਹੋਵੇਗਾ ਉਵੇਂ ਤਿਆਰੀ ਕਰਦੇ ਹਾਂ। ਮੋਹ ਮਨ ਵੀ ਹਰ ਖਾਵਤ ਹੈ, ਜਲ ਹੈ ਥਲ ਨੀਵੇਂ ਸੁਖੂਮ ਸੁਹਾਵੇ। ਹੁਣ ਭੂਮ ਕਹਿੰਦੇ ਨੇ ਭੂਮੀ ਨੂੰ, ਕਹਿੰਦੇ ਇਹ ਭੂਮ ਜਿਹੜੀ ਸੁਹਾਵਣੀ ਲੱਗ ਰਹੀ ਹੈ, ਮਨ ਨੂੰ ਚੰਗੀ ਲੱਗ ਰਹੀ ਹੈ, ਥੱਲੇ ਜਲ ਵੀ ਹੈ, ਨੀਵੇਂ ਥਾਂ ਤੇ ਥਲ ਦੇ, ਤੇ ਇਹ ਪੱਤੀਆਂ ਜਿਹੜੀਆਂ ਛੋ ਰਹੀਆਂ ਨੇ, ਤੇ ਸਤਿਗੁਰੂ ਜੀ ਇਸ ਨੂੰ ਪਸੰਦ ਕਰਕੇ ਗਏ ਨੇ। ਬਾਕੀ ਸਿੱਖਾਂ ਨੂੰ ਹੁਣ ਭਾਈ ਗੁਰਦਾਸ ਜੀ ਕਿਵੇਂ ਇੱਥੇ ਬੁਲਾਉਣਾ ਕਰਦੇ ਹਨ। ਪੰਚ ਵੱਡੀ ਸਮ ਆਪ ਕਹੋ, ਅਤ ਹੋਏ ਮਹਾਤਮ ਜੋ ਦਰਸਾਵੇ। ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਇਸ ਦਾ ਮਹਾਤਮ, ਇਸ ਦੀ ਤੁਲਨਾ ਜਿਹੜੀ ਹੈ ਤੁਸੀਂ ਪੰਚਵਟੀ ਨਾਲ ਕੀਤੀ ਹੈ। ਤ੍ਰੇਤੇ ਯੁੱਗ ਦੇ ਵਿੱਚ ਜਿਹੜਾ ਮਹਾਨ ਸਥਾਨ ਬਣਿਆ ਉਸ ਨਾਲ ਕੀਤੀ ਹੈ, ਤੇ ਇਹ ਅਸਥਾਨ ਵੀ ਫਿਰ ਰਮਣੀਕ ਹੋਵੇਗਾ। ਤੇ ਜੋ ਤੁਸੀਂ ਇਹਦਾ ਮਹਾਤਮ ਦਰਸਾਇਆ ਹੈ, ਇਹਦਾ ਮਹਾਤਮ ਜੋ ਦਰਸਾਇਆ ਹੈ ਉਹ ਵੀ ਮਹਾਨ ਹੋਵੇਗਾ, ਮਹਾਨ। ਤੇ ਇਸ ਦਾ ਮਹਾਤਮ ਵੀ ਮੇਰੇ ਸਤਿਗੁਰੂ ਜੀ ਦੱਸਣਗੇ। ਜਾਉ ਕੈ ਤੰਬੂ ਕਨਾਤ ਮਗਾਏ, ਲਗਾਵਤ ਭੇਦ ਕੋ ਆਪ ਬਤਾਵੇ। ਹੁਣ ਭਾਈ ਗੁਰਦਾਸ ਜੀ ਨੇ ਆਪਣੇ ਸਾਥੀ ਸੇਵਕਾਂ ਨੂੰ, ਸਿੱਖਾਂ ਨੂੰ ਆਵਾਜ਼ ਦਿੱਤੀ ਏ ਵੀ ਤੰਬੂ ਤੇ ਕਨਾਤਾਂ ਲੈ ਆਓ। ਤੰਬੂ ਕਨਾਤਾਂ ਲੈ ਆਂਦੀਆਂ ਗਈਆਂ ਨੇ। ਸਤਿਗੁਰੂ ਜੀ ਆਪ ਉੱਥੇ ਖੜੇ ਨੇ, ਹੁਣ ਤੱਕ ਸਤਿਗੁਰੂ ਜੀ ਉੱਥੇ ਹੀ ਖੜੇ ਨੇ। ਤੰਬੂ ਕਨਾਤਾਂ ਕਿਵੇਂ ਕਿਵੇਂ ਲੱਗਣੀਆਂ ਨੇ, ਕਿੱਥੇ ਕਿੱਥੇ ਲੱਗਣੀਆਂ ਨੇ, ਸਤਿਗੁਰੂ ਜੀ ਆਪ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਸਮਝਾਉਣਾ ਕਰ ਰਹੇ ਨੇ, ਆਪਣੀਆਂ ਅੱਖਾਂ ਸਾਹਮਣੇ ਕਨਾਤਾਂ ਨੂੰ ਲਗਵਾਉਣਾ ਕਰ ਰਹੇ ਹਨ। ਸ਼੍ਰੀ ਗੁਰ ਫੇਰ ਕਹਿਓ ਹਮ ਜਾਤ, ਸਵਾਰ ਸਥਾਨ ਸੋ ਤਿਆਰ ਕਰੋ। ਹੁਣ ਗੁਰੂ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਇਹ ਅਸਥਾਨ ਜਿਹੜਾ ਹੈ ਨਾ ਤੁਸੀਂ ਤਿਆਰ ਕਰੋ, ਇਸ ਸਥਾਨ ਨੂੰ ਤੁਸੀਂ ਤਿਆਰ ਕਰਨਾ ਕਰੋ। ਤੇ ਅਸੀਂ ਹੁਣ ਚੱਲਦੇ ਹਾਂ, ਤੁਸੀਂ ਆਪ ਇਸ ਨੂੰ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਉਵੇਂ ਉਵੇਂ ਕਨਾਤਾਂ ਲਗਾਉਣੀਆਂ ਕਰੋ ਜੀ। ਜਾਵਦ ਫੇਰ ਸੁਆਵੇ, ਹਾਂ ਦਬਲੋ ਕਰ ਤੰਬੂ ਕਨਾਤ ਖਰੋ। ਕਹਿੰਦੇ ਹੁਣ ਅਸੀਂ ਜਾਣੇ ਆ, ਫਿਰ ਅਸੀਂ ਆਵਾਂਗੇ, ਉਨੀ ਦੇਰ ਤੱਕ ਤੁਸੀਂ ਇੱਥੇ ਤੰਬੂ ਤੇ ਕਨਾਤਾਂ ਖੜੀਆਂ ਕਰ ਦੇਵੋ। ਜੇ ਨਜੇਸ਼ ਦੇਸ਼ ਦਿਸੇ ਤਬ ਆਪ ਹਟੇ ਚਲ ਆਏ ਕਰੋ। ਇਹ ਦੇਸ਼ ਨਦੇਸ਼ ਦੇਖ ਕੇ, ਆਦੇਸ਼ ਦੇ ਕਰਕੇ ਭਾਈ ਗੁਰਦਾਸ ਜੀ ਦੇ ਬਾਬਾ ਬੁੱਢਾ ਜੀ ਨੂੰ ਸਮਝਾ ਕਰਕੇ ਸਤਿਗੁਰੂ ਜੀ ਆਪਣੇ ਘਰੇ, ਆਪਣੇ ਮਹੱਲਾਂ ਦੇ ਵਿੱਚ ਆ ਪਹੁੰਚਦੇ ਹਨ। ਏਕ ਸਦਾ ਨਿਜ ਸਿੱਖਨ ਕੋ ਸੁਖ ਦੇਵ, ਗੁਰੂ ਨਿਤ ਧਿਆਨ ਧਰੋ। ਗੁਰੂ ਇੰਨਾ ਕਿਰਪਾਲੂ ਏ ਜੋ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਨੇ ਨਾ ਸਤ ਸੰਗੀ ਜਣੋ, ਗੁਰੂ ਉਹਨਾਂ ਨੂੰ ਆਪਣੇ ਘਰੋਂ ਸੁੱਖ ਹੀ ਸੁੱਖ ਦਿੰਦਾ ਹੈ, ਸੁੱਖ ਹੀ ਸੁੱਖ। ਦੇਤ ਸਦਾ ਨਿਜ ਸਿੱਖਨ ਕੋ ਸੁਖ, ਦੇਤ ਸਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਸਦਾ ਹੀ ਸੁੱਖ ਦਿੰਦੇ ਨੇ। ਗੁਰੂ ਨੇ ਕਦੀ ਵੀ ਆਪਣੇ ਸੇਵਕ ਨੂੰ, ਸਿੱਖ ਨੂੰ ਦੁੱਖ ਨਹੀਂ ਦਿੱਤਾ। ਤੇ ਸਤ ਸੰਗੀ ਜਨੋ, ਸਾਨੂੰ ਸ਼ਾਇਦ ਲੱਗਦਾ ਹੋਵੇਗਾ ਆਰਿਆਂ ਤੇ ਚੜ੍ਹਨ ਵਾਲਿਆਂ ਨੇ, ਖੋਪੜੀ ਲਾਉਣ ਵਾਲਿਆਂ ਨੇ ਦੁੱਖ ਸਹੇ ਨੇ। ਨਾ ਨਾ ਨਾ, ਦੁੱਖ ਨਹੀਂ ਸਹੇ ਉਹਨਾਂ ਨੇ। ਉਹਨਾਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ, ਕਿਉਂਕਿ ਗੁਰੂ ਦੁੱਖ ਦਿੰਦਾ ਹੀ ਨਹੀਂ। ਗੁਰੂ ਦੇ ਘਰ ਦੇ ਵਿੱਚ ਤੇ ਸੁੱਖ ਹੀ ਸੁੱਖ ਹੈ। ਸਰੀਰਕ ਸੁੱਖ ਮਿਲ ਜਾਵਣ, ਆਤਮਿਕ ਸੁੱਖ ਮਿਲ ਜਾਵਣ, ਇੱਥੇ ਕੇਵਲ ਸੁੱਖ ਹੈ। ਇਹ ਸੁੱਖਾਂ ਦਾ ਦਾਤਾ ਹੈ। ਇਸ ਲਈ ਕਿਹਾ ਜਾਂਦਾ ਗੁਰਬਾਣੀ ਅੰਦਰ, ਨਾਨਕ ਸੁਖ ਦਾਤਾ ਸਦਾ ਸਲਾਹੋ। ਨਾਨਕ ਸੁਖ ਦਾਤਾ ਸਦਾ ਸਲਾਹੋ, ਰਸਨਾ ਰਾਮ ਰਵੀਜੈ। ਇਹ ਰਸਨਾ ਪਰਮਾਤਮਾ ਦੇ ਨਾਮ ਵਿੱਚ ਰਵੀਜ ਜਾ, ਰਵੀਜ ਭਾਵ ਰੱਜ ਜਾ, ਰਵੀਜਾ ਰੱਜ ਜਾ ਉਸ ਦੇ ਵਿੱਚ, ਨਾਮ ਦੇ ਵਿੱਚ। ਤੇ ਗੁਰੂ ਸੁੱਖਾਂ ਦਾ ਦਾਤਾ ਹੈ, ਇਹ ਦੁੱਖਾਂ ਦਾ ਦਾਤਾ ਨਹੀਂ, ਇਹ ਸੁੱਖ ਵਰਤਾਉਂਦਾ ਹੈ। ਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਤ ਸਦਾ ਨਿਜ ਸਿੱਖਨ ਕੋ ਸੁਖ, ਦੇਵ ਗੁਰੂ ਨਿਤ ਧਿਆਨ ਧਰੋ। ਸਤਿਗੁਰੂ ਜੀ ਕਹਿੰਦੇ ਨੇ ਭਈ ਆਪਣੇ ਇਹ ਸਿੱਖੋ,
ਗੁਰੂ ਦੇ ਚਰਨਾਂ ਦਾ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਹਮੇਸ਼ਾ ਧਰਨਾ ਕਰੋ ਜੀ। ਤਬ ਭਾਈ ਗੁਰਦਾਸ ਨੇ ਦਾਸ ਬੁਲਾਏ ਪਾਸ, ਸ਼੍ਰੀ ਗੁਰ ਕੀ ਆਇਸ ਕਹੀ ਸੁਨਤ ਹੁਲਾਕ ਪ੍ਰਕਾਸ਼। ਹੁਣ ਭਾਈ ਗੁਰਦਾਸ ਜੀ ਨੇ ਦਾਸਾਂ ਨੂੰ ਕੋਲ ਬੁਲਾ ਲਿਆ ਹੈ ਜੀ, ਤੇ ਗੁਰੂ ਸਾਹਿਬ ਜੀ ਨੇ ਜੋ ਹੁਕਮ ਕੀਤਾ ਸੀ ਉਹ ਹੁਕਮ ਸੇਵਕਾਂ ਨੂੰ, ਸਿੱਖਾਂ ਨੂੰ ਸੁਣਾ ਦਿੱਤਾ ਹੈ। ਮਿਲ ਬ੍ਰਿੰਦਨ ਸਮਗਰ ਕੀਨ ਸਿਆਵਨੀ, ਚੌਦ ਸ਼ਹਿਰ ਹਰਿਆਵਲ ਥਿਤ ਰਵਨੀ। ਹੁਣ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਆ ਕਰਕੇ ਜਿਹੜੇ ਸਿੱਖ ਹੁਣ ਤੰਬੂ ਕਨਾਤਾਂ ਲੈ ਕੇ ਆਏ ਨੇ ਨਾ, ਉਹ ਵੀ ਇਸ ਹਰਿਆਵਲ ਰਮਣੀਕ ਅਸਥਾਨ ਨੂੰ ਦੇਖ ਰਹੇ ਨੇ, ਖੁਸ਼ ਹੋ ਰਹੇ ਨੇ ਵੀ ਗੁਰੂ ਜੀ ਨੇ ਐਸਾ ਅਸਥਾਨ ਲੱਭਿਆ, ਐਸਾ ਅਸਥਾਨ ਜਿੱਥੇ ਪਹੁੰਚ ਜਾਈਏ ਤੇ ਬੈਠਣ ਨੂੰ ਦਿਲ ਕਰਦਾ ਪਿਆ ਹੈ, ਜਿੱਥੇ ਆ ਜਾਈਏ ਠੰਡ ਹੀ ਠੰਡ, ਕਿਉਂਕਿ ਸੂਰਜ ਦੀ ਕਿਰਨ ਜਾਂਦੀ ਕੋਈ ਨਹੀਂ, ਤਪਸ ਆਉਂਦੀ ਕੋਈ ਨਹੀਂ ਉੱਥੇ। ਸਤ ਸੰਗੀ ਜਨੋ ਧਿਆਨ ਚ ਰੱਖਿਓ, ਇਹ ਤਾਂ ਕੇਵਲ ਸੰਸਾਰ ਦੀ ਗੱਲ ਹੈ। ਮੇਰੇ ਸਤਿਗੁਰੂ ਜੀ ਨੇ ਸੰਸਾਰੀ ਇੱਕ ਘੇਰਾ ਸਾਡੇ ਸਾਹਮਣੇ ਪੇਸ਼ ਕੀਤਾ ਕਿ ਰਮਣੀਕ ਅਸਥਾਨ। ਸੱਚਮੁੱਚ ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ, ਤਪਸ਼ ਰੂਪੀ ਸੂਰਜ ਦੀਆਂ ਕਿਰਨਾਂ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ, ਨਹੀਂ ਪਹੁੰਚ ਸਕਦੀਆਂ। ਸਾਡਾ ਬੈਠਣ ਨੂੰ ਦਿਲ ਕਰੇਗਾ, ਸਾਡਾ ਮਨ ਟਿਕੇਗਾ ਫਿਰ ਗੁਰੂ ਦੇ ਚਰਨਾਂ ਦੇ ਵਿੱਚ, ਜਦੋਂ ਅਸੀਂ ਗੁਰੂ ਦੀ ਬਾਣੀ ਦੀ ਛਾਂ ਹੇਠਾਂ ਆ ਜਾਵਾਂਗੇ। ਸਤ ਸੰਗੀ ਜਣੋ, ਮੇਰੇ ਸਤਿਗੁਰੂ ਜੀ ਨੇ ਐਸਾ ਅਸਥਾਨ ਢੂੰਡਿਆ, ਸਿੱਖ ਸਾਰੇ ਦੇਖ ਕਰਕੇ ਪ੍ਰਸੰਨ ਹੋ ਰਹੇ ਹਨ। ਡੋਰ ਨਿਤਾਨ ਖਰੋ ਕੀਏ ਤੰਬੂ, ਨਮਰ ਸਦਾਨ ਨਿਕਟ ਵਸ਼ ਅੰਬੂ। ਹੁਣ ਜਿਹੜੇ ਤੰਬੂ ਦੀਆਂ ਡੋਰਾਂ ਨੇ, ਡੋਰਾਂ ਦਾ ਭਾਵ ਰੱਸੇ, ਕਨਾਤਾਂ ਦੇ ਰੱਸੇ ਸਿੱਖਾਂ ਨੇ ਫੜੇ ਨੇ, ਕੋਈ ਇਧਰੋਂ ਫੜ ਕੇ ਖੜਾ, ਕੋਈ ਇੱਧਰ ਫੜ ਕੇ ਖੜਾ, ਭਾਵ ਚਾਰੇ ਦਿਸ਼ਾਵਾਂ ਤੋਂ ਰੱਸੇ ਫੜੇ ਨੇ, ਤੇ ਬਿਲਕੁਲ ਕਨਾਤ ਦੇ ਵਿੱਚ ਆਪ ਜਾਣਦੇ ਹੋਵੋਗੇ, ਜਿਨ੍ਹਾਂ ਨੇ ਕਿਤੇ ਤੰਬੂ ਕਨਾਤ ਲਾਇਆ ਹੋਵੇ, ਇੱਕ ਸੈਂਟਰ ਦੇ ਵਿੱਚ ਵਾਂਸ ਗੱਡਣਾ ਪੈਂਦਾ ਹੈ, ਇੱਕ ਸੈਂਟਰ ਦੇ ਵਿੱਚ ਮੋਹਲੀ ਗੱਡਣੀ ਪੈਂਦੀ ਹੈ। ਹੁਣ ਇੱਕ ਉਹ ਮੋਹਲੀ ਗੱਡੀ ਜਾ ਰਹੀ ਹੈ, ਸਾਈਡਾਂ ਤੋਂ ਸਾਰੇ ਰੱਸੇ ਫੜ ਕੇ ਸਿੱਖ ਖੜੇ ਨੇ, ਕੋਈ ਤਲਾਬ ਦੇ ਕੋਲ ਕੰਢੇ ਤੇ ਖੜਾ ਹੈ, ਕੋਈ ਬ੍ਰਿਸ਼ਾਂ ਦੇ ਕੋਲ ਖੜਾ ਹੈ, ਜਿਹੜਾ ਦਰਖਤ ਮਜ਼ਬੂਤ ਦਿਖਦਾ ਹੈ ਉਹਦੇ ਨਾਲ ਇਹ ਰੱਸੇ ਕਨਾਤਾਂ ਤੰਬੂ ਜਿਹੜੇ ਨੇ ਬੰਨੇ ਜਾ ਰਹੇ ਹਨ। ਹਰ ਕਨਾਤ ਠਾਂਡੀ ਤੇ ਗਾਂਢੀ, ਚੌਗੋਦ ਸੁੰਦਰ ਦੁੱਧ ਵਾਢੀ। ਹੁਣ ਚਾਰੇ ਦਿਸ਼ਾਵਾਂ ਦੇ ਵਿੱਚ ਸੁੰਦਰ ਬਹੁਤ ਵਧੀਆ ਤਰੀਕੇ ਨਾਲ ਇਹ ਬੰਨ ਦਿੱਤੇ ਗਏ ਹਨ। ਜਲ ਕੋ ਬੋ ਸ਼ਿਰਕਾਵੋ ਕਰਾਵਾ, ਪੁਨ ਗੁਲਾਬ ਬੂੰਦਨ ਬਰਸਾਵਾ। ਤੰਬੂ ਕਨਾਤਾਂ ਲੱਗ ਚੁੱਕੀਆਂ ਨੇ, ਸਿੱਖਾਂ ਨੇ ਰੱਸੇ ਬੰਨ ਦਿੱਤੇ ਨੇ, ਤੇ ਹੁਣ ਕੀ ਲੋੜ ਹੈ ਜੀ, ਕਿਉਂਕਿ ਥੱਲੇ ਮਿੱਟੀ ਹੈ, ਇੱਕ ਸਾਰਤਾ ਕੀਤੀ ਗਈ, ਜਿਤਨਾ ਉੱਚਾ ਨੀਵਾਂ ਕੁਝ ਸੀਗਾ ਉਹ ਵੀ ਪੱਧਰਾ ਕੀਤਾ ਗਿਆ, ਤੇ ਫਿਰ ਪਾਣੀ ਦਾ ਛਿੜਕਾਅ ਕੀਤਾ ਗਿਆ। ਪਾਣੀ ਦਾ ਛਿੜਕਾਅ ਕਿ ਮਿੱਟੀ ਦੇ ਕਣ ਜਿਹੜੇ ਨੇ ਉਹ ਉੱਡਣ ਨਾ, ਮਿੱਟੀ ਨਾ ਉੱਡੇ। ਪਾਣੀ ਦਾ ਛਿੜਕਾਅ ਕਰਨ ਤੋਂ ਬਾਅਦ ਸਤ ਸੰਗੀ ਜਣੋ ਫਿਰ ਗੁਲਾਬ ਦੀਆਂ ਪੱਤੀਆਂ ਦਾ ਜਲ ਲਿਆਂਦਾ ਗਿਆ, ਯਾਨੀ ਕਿ ਖੁਸ਼ਬੂ ਦੇ ਲਈ, ਮਹਿਕ ਦੇ ਲਈ ਗੁਲਾਬ ਜਲ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਗੁਲਾਬ ਜਲ ਦਾ ਛਿੜਕਾਅ ਵੀ ਉਸ ਅਸਥਾਨ ਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਕਰਵਾ ਰਹੇ ਹਨ। ਚੌਦਿਸ਼ ਬੰਦਨ ਚੰਦਨ ਚਰਿਓ ਚਾਰੂ, ਬੋ ਖੁਸ਼ਬੋਏ ਉਠਤ ਮਹਿਕਾਰੂ। ਹੁਣ ਚੰਦਨ ਦੀਆਂ, ਗੁਲਾਬ ਦੀਆਂ ਮਹਿਕਾਂ ਚਾਰੇ ਪਾਸਿਆਂ ਤੋਂ ਆ ਰਹੀਆਂ ਨੇ, ਬੂੰਦਾਂ ਬਰਸਾਈਆਂ ਨੇ। ਇਹ ਬੂੰਦਾਂ ਜਦੋਂ ਧਰਤੀ 'ਤੇ ਗਿਰੀਆਂ, ਪੱਤੀਆਂ 'ਤੇ ਗਿਰੀਆਂ, ਜਿਹੜਾ ਵੀ ਕੋਲ ਜਾਂਦਾ ਹੈ ਉਹ ਪੱਤੀਆਂ ਦੇ ਵਿੱਚੋਂ ਵੀ, ਧਰਤੀ ਦੇ ਵਿੱਚੋਂ ਵੀ ਮਹਿਕਾਂ ਹੀ ਮਹਿਕਾਂ ਆ ਰਹੀਆਂ ਹਨ। ਆਨ ਬਾਗ ਦੇ ਸੁੰਦਰ ਬੂਟੇ, ਕਰੇ ਲਗਾਵਨ ਸੁਮਨਸ ਸੁਜੂਟੇ। ਆਨ ਬਾਗ ਤੋਂ ਭਾਵ ਹੈ ਕਿ ਹੋਰ ਬਾਗਾਂ ਤੋਂ, ਹੋਰ ਨੇੜੇ ਤੇੜੇ ਜਿਹੜੇ ਬਾਗ ਸਨ, ਜਿੱਥੇ ਫੁੱਲ ਬੂਟੇ ਲੱਗੇ ਹੋਏ ਸਨ, ਸੋਹਣੇ ਸੋਹਣੇ ਫੁੱਲਾਂ ਦੇ ਭਰੇ ਹੋਏ ਬੂਟੇ ਲਿਆ ਕਰਕੇ ਭਾਈ ਗੁਰਦਾਸ ਜੀ ਨੇ ਉੱਥੇ ਲਗਵਾਉਣਾ ਕੀਤੇ। ਕਿਉਂ? ਕਿ ਹੋਰ ਸੁੰਦਰ ਲੱਗੇ, ਇਹ ਅਸਥਾਨ ਹੋਰ ਰਮਣੀਕ ਲੱਗੇ। ਅਸੀਂ ਜਦੋਂ ਕਿਸੇ ਵੀ ਅਸਥਾਨ ਨੂੰ ਸਵਾਰਦੇ ਹਾਂ ਨਾ, ਤੇ ਸਾਡਾ ਵੀ ਯਤਨ ਹੁੰਦਾ ਹੈ ਉੱਥੇ ਫੁੱਲ ਬੂਟੇ ਲਾਏ ਜਾਣ।
ਆ ਮੇਰੇ ਸਤਿਗੁਰੂ ਜੀ ਪ੍ਰਕਾਸ਼ਮਾਨ ਨੇ, ਸੁਭਾਏਮਾਨ ਨੇ, ਪਰ ਸੁੰਦਰਤਾ ਨੂੰ ਵਧਾਉਣ ਵਾਸਤੇ ਆ ਦੇਖੋ ਅਸੀਂ ਗਮਲਿਆਂ ਦੇ ਵਿੱਚ ਫੁੱਲ ਰੱਖੇ। ਪਰ ਭਾਈ ਗੁਰਦਾਸ ਜੀ ਨੇ ਜੋ ਬਿਲਕੁਲ ਗੁਲਾਬ ਦੇ ਬੂਟੇ ਧਰਤੀ ਤੋਂ ਪੁੱਟ ਕੇ, ਜੜ੍ਹਾਂ ਤੋਂ ਪੁੱਟ ਕੇ ਆਣ ਬਾਗਾਂ ਦੇ ਵਿੱਚੋਂ ਹੋਰ ਬਾਗਾਂ ਵਿੱਚ ਲਿਆ ਕਰਕੇ ਇਸ ਅਸਥਾਨ ਤੇ ਜੋਗ ਜਗ੍ਹਾ ਦੇਖ ਕਰਕੇ ਲਗਵਾਉਣਾ ਕੀਤੇ ਹਨ। ਹਲਕਨਾਥ ਅੰਤਰ ਬਰਛਾਏ ਦਿੱਤਾ, ਸ਼ਾਇਰ ਚਰ ਫਰਸ਼ ਦੇ ਦਿੱਤਾ। ਉਹ ਜਲ ਕਨਾ ਬਰਨ ਕੇ ਫੂਰ ਪ੍ਰਫੁੱਲਤ, ਬਾਏ ਕਹਿਤ ਸਾਖਾ ਜਿਨ ਬੁਝੋ ਝੁਲਾਤ। ਇਹਨੂੰ ਪੜ੍ਹਿਓ ਦੁਬਾਰਾ। ਬਰਨ ਕੇ ਫੂਲ ਪ੍ਰਫੁੱਲਿਤ, ਬਾਇਓ ਬੈਦ ਸ਼ਾਖਾ ਜੋ ਝਲਦਿਤ। ਹੁਣ ਕਈ ਤਰ੍ਹਾਂ ਦੇ ਫੁੱਲ ਆ ਚੁੱਕੇ ਨੇ ਤੇ ਝੂਲ ਰਹੇ ਨੇ, ਫੁੱਲ ਝੂਲ ਰਹੇ ਨੇ, ਮਹਿਕ ਦੇ ਰਹੇ ਨੇ। ਅਸਥਾਨ ਰਮਣੀਕ ਬਣ ਚੁੱਕਿਆ ਹੈ। ਇਸ ਰਮਣੀਕ ਨੂੰ, ਇਸ ਅਸਥਾਨ ਨੂੰ ਹੋਰ ਸਵਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਕਲ ਸਥਲ ਤੇ ਰੇਣ ਦਵਾਈ, ਕੰਟਕ ਸ਼ੁਸ਼ਕਤ ਸੋ ਤ੍ਰਿਣ ਹਟਾਈ। ਜਿਹੜੇ ਕੰਕਰ ਸਨ ਉਹ ਹਟਾ ਦਿੱਤੇ, ਕੰਡੇ ਹਟਾ ਦਿੱਤੇ ਗਏ, ਜਿਹੜੇ ਪੱਥਰ ਸਨ ਉਹ ਹਟਾ ਦਿੱਤੇ ਗਏ ਤੇ ਸਾਲੀ ਰੇਨ ਜਿਹੜੀ ਮਿੱਟੀ ਸੀ ਉਹ ਦਬਾ ਦਿੱਤੀ ਗਈ ਹੈ। ਹਲਕਨਾ ਤੇ ਅੰਤਰ ਬਰ ਜੇਤਾ, ਸ਼ਾਇਰ ਚਰ ਫਰਸ਼ ਤੇ ਦਿੱਤਾ। ਹੁਣ ਇਹ ਜਿਹੜਾ ਅਸਥਾਨ ਹੈ ਨਾ, ਇੱਕ ਬਿਲਕੁਲ ਸਾਫ਼, ਜਿੱਦਾਂ ਕਹਿ ਲਈਏ ਕਿ ਫਰਸ਼ ਦੀ ਨਿਆਈ। ਫਰਸ਼ ਜਿਹੜਾ ਹੋਇਆ ਕਰਦਾ ਹੈ ਨਾ, ਉਹ ਇੱਕ ਸਮਾਨ ਹੋਇਆ ਕਰਦਾ, ਉਹ 'ਤੇ ਨਾ ਕੋਈ ਕੰਕਰ ਹੁੰਦਾ ਹੈ ਨਾ ਕੋਈ ਮਿੱਟੀ ਹੁੰਦੀ ਹੈ। ਫਰਸ਼ ਦੀ ਨਿਆਈ ਇਹ ਅਸਥਾਨ ਤਿਆਰ ਕਰ ਦਿੱਤਾ ਗਿਆ ਹੈ। ਹੁਣ ਇਹ ਤਿਆਰ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਜਾਣਗੇ। ਭਾਈ ਗੁਰਦਾਸ ਜੀ ਗੁਰੂ ਸਾਹਿਬ ਜੀ ਕੋਲ ਜਾਣਗੇ ਤੇ ਗੁਰੂ ਜੀ ਨੂੰ ਕਿਵੇਂ ਦੱਸਣਾ ਕਰਦੇ ਨੇ ਕਿ ਅਸੀਂ ਕੀ ਤਿਆਰ ਕਰਕੇ ਆਏ ਆ, ਕਿਵੇਂ ਤਿਆਰ ਕੀਤਾ ਹੈ, ਕੀ ਕੁਝ ਤਿਆਰ ਹੋ ਗਿਆ ਹੈ। ਅੰਤਰਜਾਮੀ ਸਤਿਗੁਰੂ ਜੀ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਸਤਿਗੁਰੂ ਜੀ ਉੱਥੋਂ ਹੀ ਨਿਹਾਰਦੇ ਪਏ ਨੇ, ਦੇਖਦੇ ਪਏ ਨੇ। ਮੱਤ ਗੁਰੂ ਦੇ ਰਿਹਾ ਆਪਣੇ ਸਿੱਖਾਂ ਨੂੰ ਵੀ ਕਿੱਥੇ ਕਿਹੜਾ ਬੂਟਾ ਲਾਉਣਾ ਹੈ, ਕਿੱਥੋਂ ਬੂਟਾ ਲਿਆਉਣਾ ਹੈ, ਕਿੱਥੇ ਕੰਕਰ ਹੈ, ਕਿੱਥੇ ਮਿੱਟੀ ਹੈ। ਗੁਰੂ ਦਾ ਸਿੱਖ ਹੋਵੇ ਸਹੀ ਕੋਈ, ਗੁਰੂ ਆਪ ਮੱਤ ਦਿੰਦਾ ਹੈ। ਆਪ ਜੀਵਨ ਵਿੱਚ ਆਏ ਕੰਕਰ, ਕਲੀਰ, ਮਿੱਟੀ, ਧੂੜ ਆਪ ਸਤਿਗੁਰੂ ਜੀ ਮੱਤ ਦੇ ਕੇ ਚੁਕਵਾ ਦਿੰਦੇ ਨੇ ਕਿ ਸਿੱਖਾ ਆਪਣੇ ਜੀਵਨ ਦੇ ਵਿੱਚੋਂ ਇਹਨੂੰ ਚੁੱਕ ਦੇ। ਪਰ ਹੋਵੇ ਗੁਰੂ ਦਾ ਸਿੱਖ ਤਾਂ ਗੁਰੂ ਕਰਦਾ ਹੈ, ਭੇਖੀ ਸਿੱਖ ਨਹੀਂ, ਦਿਖਾਵੇ ਦਾ ਸਿੱਖ ਨਹੀਂ। ਗੁਰੂ ਦਾ ਸਿੱਖ ਗੁਰਮੁਖ, ਹਿਰਦੇ ਦੁਆਰਾ ਮਨ ਨਾਲ ਜੁੜਿਆ ਹੋਇਆ ਗੁਰੂ ਦਾ ਸਿੱਖ। ਗੁਰੂ ਸਭ 'ਤੇ ਕਿਰਪਾ ਕਰਦਾ ਹੈ। ਸਾਡੇ 'ਤੇ ਵੀ ਸਤਿਗੁਰੂ ਰਹਿਮਤ ਬਖਸ਼ਿਸ਼ ਕਰ ਰਿਹਾ ਹੈ। ਅਸੀਂ ਸਤ ਸੰਗਤ ਵਿੱਚ ਬੈਠੇ ਹਾਂ, ਇਹਦੋਂ ਵੱਡੇ ਭਾਗ ਸਾਡੇ ਹੋ ਹੀ ਨਹੀਂ ਸਕਦੇ। ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਇਹਦੋਂ ਵੱਡੀ ਸਾਡੀ ਕਿਸਮਤ, ਸਾਡੇ ਕਰਮ ਹੋ ਹੀ ਨਹੀਂ ਸਕਦੇ। ਆਪਾਂ ਕਹਿੰਦੇ ਕਰਮ ਨਹੀਂ ਚੰਗੇ, ਕਿਸਮਤ ਨਹੀਂ ਚੰਗੀ, ਇਹਦੋਂ ਵੱਡੀ ਕਿਸਮਤ ਕੀ ਹੋ ਸਕਦੀ ਕਿ ਗੁਰੂ ਨੇ ਸਾਡੇ ਆਹ ਪਲ ਜਿਹੜੇ ਨੇ, ਆਹ ਸਵਾਸ ਜਿਹੜੇ ਨੇ ਆਪਣੇ ਚਰਨਾਂ ਵਿੱਚ ਬਿਠਾ ਕਰਕੇ ਬਤੀਤ ਕਰਵਾ ਦਿੱਤੇ। ਆਹ ਸਵਾਸਾਂ ਦੀ ਜਦੋਂ ਕੀਮਤ ਪਏਗੀ ਨਾ, ਪਤਾ ਉਦੋਂ ਲੱਗਣਾ ਹੈ। ਫਿਰ ਸਾਨੂੰ ਪਛਤਾਵਾ ਹੋਣਾ ਹੈ ਕਿ ਭਈ ਆ ਤੇ ਮੈਂ ਥੋੜ੍ਹਾ ਜਿਹਾ ਸਮਾਂ ਸਤ ਸੰਗਤ ਕੀਤੀ ਸੀ, ਫਲ ਐਡਾ ਵੱਡਾ ਮਿਲਿਆ। ਜੇ ਕਿਤੇ ਮੈਂ ਸਤ ਸੰਗਤ ਕਰਦਾ ਰਹਿੰਦਾ, ਸੱਚ ਨਾਲ ਜੁੜਿਆ ਰਹਿੰਦਾ ਤੇ ਮੇਰਾ ਜੀਵਨ ਸਫਲ ਹੋ ਜਾਣਾ ਸੀ, ਜੰਮਣ ਮਰਨ ਦੇ ਗੇੜ 'ਚੋਂ ਮੈਂ ਮੁਕਤ ਹੋ ਜਾਣਾ ਸੀ, ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਤੇ ਕਬੂਲ ਹੋ ਜਾਣਾ ਸੀ। ਸਤਿਗੁਰੂ ਰਹਿਮਤ ਕਰਨ, ਅਸੀਂ ਗੁਰੂ ਚਰਨਾਂ ਵਿੱਚ ਜੁੜੀਏ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਗਿਆਨ ਨੂੰ, ਗੁਰੂ ਦੀ ਮੱਤ ਨੂੰ ਧਾਰਨ ਕਰੀਏ ਤੇ ਆਪਣੇ ਜੀਵਨ ਵਿੱਚ ਉਸ ਨੂੰ ਢਾਲਣ ਦਾ ਯਤਨ ਕਰੀਏ। ਕਾਰ ਵਿਹਾਰ ਕਰਦਿਆਂ, ਕਾਰੋਬਾਰ ਕਰਦਿਆਂ, ਪਰਿਵਾਰ 'ਚ ਵਿਚਰਦਿਆਂ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਸੱਚ ਨੂੰ ਨਾਲ ਲੈ ਕੇ ਚੱਲਣਾ ਕਰੀਏ। ਸਤਿਗੁਰੂ ਸਭਨਾਂ 'ਤੇ ਰਹਿਮਤਾਂ ਬਖਸ਼ਿਸ਼ਾਂ ਕਰਨ। ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਲਵਾਓ ਹਾਜ਼ਰੇ, ਬੁਲਾਓ ਫਤਿਹ ਆਖੋ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੀ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਆਪ